ਤਾਂ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਸਵਾਗਤ ਕੀਤਾ ਜਾਂਦਾ ਜੀ ਐਮ ਐਗਜ਼ਾਮ ਸਟੱਡੀ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ। ਤਾਂ ਹਾਂਜੀ ਦੋਸਤੋ, +2 ਆਰਟਸ ਦੇ ਵਿਦਿਆਰਥੀਆਂ ਲਈ ਪੋਲੀਟੀਕਲ ਸਾਇੰਸ ਦਾ ਸੈਂਪਲ ਪੇਪਰ ਵਿਦ ਸੋਲਿਊਸ਼ਨ ਲੈ ਕੇ ਆ ਚੁੱਕੇ ਹਾਂ। ਸੋਲਿਊਸ਼ਨ ਅੱਗੇ ਵੀਡੀਓ ਵਿੱਚ ਦੱਸਾਂਗੇ, ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਦੇਖਣਾ। ਅਤੇ ਜੇਕਰ ਤੁਸੀਂ ਵੀ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈਲ ਆਈਕਨ ਨੂੰ ਆਲ 'ਤੇ ਪ੍ਰੈਸ ਜ਼ਰੂਰ ਕਰ ਲੈਣਾ। ਭਾਗ ਊੜੇ ਦੇ ਵਿੱਚ ਆਪਾਂ ਨੂੰ ਸਾਰੇ ਪ੍ਰਸ਼ਨ ਜ਼ਰੂਰੀ ਹਨ। ਹਰੇਕ ਪ੍ਰਸ਼ਨ 2 ਅੰਕ ਦਾ 16 ਪ੍ਰਸ਼ਨ ਪੁੱਛੇ ਜਾਣਗੇ, 32 ਨੰਬਰਾਂ ਦੇ ਜਿਹੜੇ ਹੋਣਗੇ। ਸਾਰਿਆਂ ਤੋਂ ਪਹਿਲਾ ਪ੍ਰਸ਼ਨ ਹੈਗਾ, ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜਨੀਤਿਕ ਪ੍ਰਣਾਲੀ ਦਾ ਨਿਕਾਸ ਕਾਰਜ ਨਹੀਂ ਹੈ? ਇਸ ਦਾ ਆਨਸਰ ਹੈਗਾ ਆਪਸ਼ਨ ਨੰਬਰ 4, ਹਿੱਤ ਸਮੂਹੀਕਰਨ। ਦੂਜਾ ਪ੍ਰਸ਼ਨ ਹੈਗਾ, ਕਿਸ ਨੇ ਕਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਉਦਾਰਵਾਦ ਦਾ ਸੁਤੰਤਰਤਾ ਨਾਲ ਸਿੱਧੇ ਸੰਬੰਧ ਹੁੰਦਾ ਹੈ? ਇਸ ਦਾ ਆਨਸਰ ਹੈਗਾ ਲਾਸਕੀ। ਅਤੇ ਤੀਜਾ ਹੈਗਾ, ਮਹਾਤਮਾ ਗਾਂਧੀ ਦਾ ਰਾਜਨੀਤਿਕ ਗੁਰੂ ਸੀ? ਆਨਸਰ ਹੈਗਾ ਆਪਸ਼ਨ ਨੰਬਰ 3, ਗੋਪਾਲ ਕ੍ਰਿਸ਼ਨ ਗੋਖਲ। ਚੌਥਾ ਪ੍ਰਸ਼ਨ ਹੈਗਾ, ਭਾਰਤ ਵਿੱਚ ਨਾਮਾਤਰ ਕਾਰਜਪਾਲਿਕਾ ਦਾ ਮੁਖੀ ਕੌਣ ਹੈ? ਇਸ ਦਾ ਆਨਸਰ ਹੈਗਾ ਰਾਸ਼ਟਰਪਤੀ। ਪੰਜਵਾਂ ਪ੍ਰਸ਼ਨ ਹੈਗਾ, ਲੋਕਤੰਤਰ ਲੋਕਾਂ ਲਈ ਤੇ ਲੋਕਾਂ ਦੁਆਰਾ ਸਰਕਾਰ ਹੈ, ਇਹ ਕਥਨ ਕਿਸ ਦਾ ਹੈ? ਇਸ ਦਾ ਆਨਸਰ ਹੈਗਾ ਆਪਣਾ ਆਪਸ਼ਨ ਨੰਬਰ 3, ਅਬਰਾਹਮ ਲਿੰਕਨ ਦਾ। ਉਸ ਤੋਂ ਅੱਗੇ ਹੈਗਾ ਆਪਣਾ 6ਵਾਂ, ਪੰਚਾਇਤ ਰਾਜ ਦੀ ਵਿਵਸਥਾ ਵਿਧਾਨ ਸਭਾ ਕਿਹੜੀ ਹੈ? ਇਸ ਦੀਆਂ ਆਪਸ਼ਨਾਂ ਦਿੱਤੀਆਂ ਗਈਆਂ ਨੇ। ਆਨਸਰ ਨਹੀਂ ਆਪਾਂ ਨੂੰ ਫਾਈਂਡ ਕਰਿਆ, ਜੇਕਰ ਫਾਈਂਡ ਕਰ ਲਾਂਗੇ ਤਾਂ ਟੈਲੀਗ੍ਰਾਮ ਚੈਨਲ 'ਤੇ ਅਪਲੋਡ ਕਰ ਦੇਵਾਂਗੇ, ਇਸ ਲਈ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਜ਼ਰੂਰ ਕਰ ਲੈਣਾ। ਉਸ ਤੋਂ ਅੱਗੇ ਹੈਗਾ, ਦਾਸ ਕੈਪੀਟਲ ਦਾ ਲੇਖਕ ਕੌਣ ਹੈ? ਇਸ ਦਾ ਆਨਸਰ ਹੈਗਾ ਕਾਰਲ ਮਾਰਕਸ। ਉਸ ਤੋਂ ਅੱਗੇ ਅਗਲਾ ਪ੍ਰਸ਼ਨ ਹੈਗਾ, ਹੁਣ ਤੱਕ ਕਿੰਨੀਆਂ ਲੋਕ ਸਭਾ ਦੀਆਂ ਚੋਣਾਂ ਹੋ ਚੁੱਕੀਆਂ ਹਨ? ਇਸ ਦਾ ਆਨਸਰ ਹੈਗਾ 543। ਅਗਲਾ ਕੁਐਸਚਨ ਹੈਗਾ, ਗ੍ਰਾਮ ਪੰਚਾਇਤ ਦਾ ਮੁਖੀ ਕੌਣ ਹੁੰਦਾ ਹੈ? ਇਸ ਦਾ ਆਨਸਰ ਹੈਗਾ ਸਰਪੰਚ। ਉਸ ਤੋਂ ਅੱਗੇ 10ਵਾਂ ਹੈਗਾ, ਵਿਗਿਆਨਿਕ ਸਮਾਜਵਾਦ ਦਾ ਪਿਤਾਮਾ ਹੈ? ਇਸ ਦਾ ਆਨਸਰ ਵੀ ਹੈਗਾ ਕਾਰਲ ਮਾਰਕਸ। ਉਸ ਤੋਂ ਨੈਕਸਟ ਹੈਗਾ, 1919 ਤੋਂ 1947 ਤੱਕ ਦੇ ਸਮੇਂ ਨੂੰ ਕਿਹਾ ਜਾਂਦਾ ਹੈ ਭਾਰਤੀ ਸੰਵਿਧਾਨ ਦੇ ਖਾਤਮੇ ਦੀ ਵਿਵਸਥਾ ਕਰਦੀ ਹੈ? ਇਹਦਾ ਜਿਹੜਾ ਹੈਗਾ ਗਲਤ। ਉਸ ਤੋਂ ਅਗਲਾ ਹੈਗਾ, ਰਾਜਨੀਤਿਕ ਪ੍ਰਣਾਲੀ ਨਿਰੰਤਰ ਪ੍ਰਕਿਰਿਆ ਹੈ? ਇਸ ਦਾ ਆਨਸਰ ਹੈਗਾ ਠੀਕ। ਅਤੇ ਉਸ ਤੋਂ ਬਾਅਦ ਹੈਗਾ, ਆਧੁਨਿਕ ਉਦਾਰਵਾਦ ਸੁਤੰਤਰ ਵਪਾਰ ਦੇ ਖੁੱਲ੍ਹੇ ਮੁਕਾਬਲੇ ਦਾ ਵਿਰੋਧ ਕਰਦਾ ਹੈ? ਇਸ ਦਾ ਆਨਸਰ ਹੈਗਾ ਗਲਤ। ਸੈਕਿੰਡ ਲਾਸਟ ਹੈਗਾ ਅੱਗੇ, ਭਾਰਤ ਇੱਕ ਧਰਮ ਆਧਾਰਿਤ ਰਾਜ ਹੈ? ਇਸ ਦਾ ਆਨਸਰ ਹੈਗਾ ਗਲਤ। ਲਾਸਟ 'ਤੇ ਹੈਗਾ, ਪੰਚਾਇਤ ਰਾਜ ਨੂੰ ਸਥਾਨਕ ਲੋਕਤੰਤਰ ਨਹੀਂ ਕਿਹਾ ਜਾ ਸਕਦਾ? ਇਸ ਦਾ ਆਨਸਰ ਹੈਗਾ ਗਲਤ। ਭਾਗ ਐਡ ਦੇ ਵਿੱਚ ਆਪਾਂ ਨੂੰ ਪ੍ਰਸ਼ਨ ਪੁੱਛੇ ਜਾਣਗੇ, ਕੋਈ 5 ਪ੍ਰਸ਼ਨ ਕਰੋ, ਉੱਤਰ 50 ਤੋਂ 60 ਸ਼ਬਦਾਂ ਵਿੱਚ ਹੋਵੇ, ਹਰੇਕ ਪ੍ਰਸ਼ਨ ਦੇ 4 ਅੰਕ ਹਨ। ਜਿਹੜੇ ਪ੍ਰਸ਼ਨ ਦਿੱਤੇ ਗਏ ਹਨ, ਨੰਬਰ 1, ਫੀਡਬੈਕ ਲੂਪ ਵਿਵਸਥਾ ਦੀ ਵਿਆਖਿਆ ਕਰੋ। ਉਦਾਰਵਾਦ ਦੇ ਕੋਈ 4 ਮੂਲ ਸਿਧਾਂਤ ਲਿਖੋ। ਉਸ ਤੋਂ ਅੱਗੇ ਤੀਜਾ ਹੈਗਾ, ਮਾਰਕਸਵਾਦੀਆਂ ਦੇ ਧਰਮ ਬਾਰੇ ਕੀ ਵਿਚਾਰ ਹਨ? ਉਸ ਤੋਂ ਅੱਗੇ ਚੌਥਾ ਹੈਗਾ, ਗਾਂਧੀ ਜੀ ਦੇ ਅਹਿੰਸਾ ਸੰਬੰਧੀ ਕੀ ਵਿਚਾਰ ਹਨ? ਪੰਜਵਾਂ ਹੈਗਾ, ਸੰਸਦੀ ਪ੍ਰਣਾਲੀ ਦੇ ਅਰਥ ਦੱਸੋ। ਉਸ ਤੋਂ ਅੱਗੇ ਹੈਗਾ 6ਵਾਂ, ਅਨਪੜ੍ਹਤਾ ਭਾਰਤੀ ਲੋਕਤੰਤਰ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ? ਸੈਕਿੰਡ ਲਾਸਟ ਹੈਗਾ, ਗ੍ਰਾਮ ਪੰਚਾਇਤ ਦੇ ਕੰਮਾਂ ਦਾ ਵਰਣਨ ਕਰੋ। ਲਾਸਟ ਹੈਗਾ, ਰਾਜ ਦੀ ਦਖਲ ਨਾ ਦੇਣ ਦੀ ਨੀਤੀ ਕੀ ਹੈ? ਇਸ ਦੇ ਵਿੱਚੋਂ ਆਪਾਂ ਕਿਸੇ 4 ਪ੍ਰਸ਼ਨਾਂ ਦੇ 5 ਪ੍ਰਸ਼ਨਾਂ ਦੇ ਜਿਹੜੇ ਉੱਤਰ ਦੇਣੇ ਹਨ। ਤਾਂ ਚਲੋ ਵੱਧਦੇ ਹਾਂ ਸੋਲਿਊਸ਼ਨ ਵੱਲ। ਆਪਣਾ ਪਹਿਲਾ ਪ੍ਰਸ਼ਨ ਹੈਗਾ ਸੀ, ਫੀਡਬੈਕ ਲੂਪ ਵਿਵਸਥਾ ਦੀ ਚਰਚਾ ਕਰੋ। ਆਨਸਰ ਹੈਗਾ ਡੇਵਿਡ ਈਸਟਨ ਅਨੁਸਾਰ ਰਾਜਨੀਤਿਕ ਪ੍ਰਣਾਲੀ ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣ ਦੀ ਪ੍ਰਕਿਰਿਆ ਹੈ ਅਤੇ ਉਸ ਦਾ ਵਿਚਾਰ ਹੈ ਕਿ ਨਿਵੇਸ਼ਾਂ ਅਤੇ ਨਿਕਾਸਾਂ ਵਿਚਕਾਰ ਗੂੜ੍ਹਾ ਸੰਬੰਧ ਹੁੰਦਾ ਹੈ। ਨਿਕਾਸ ਦੇ ਰੂਪ ਵਿੱਚ ਰਾਜਨੀਤਿਕ ਪ੍ਰਣਾਲੀ ਜਿਹੜੇ ਫੈਸਲੇ ਕਰਦੀ ਹੈ ਉਹ ਮੁੜ ਨਿਵੇਸ਼ ਲਈ ਕੱਚੇ ਮਾਲ ਦਾ ਰੂਪ ਧਾਰਨ ਕਰ ਲੈਂਦੇ ਹਨ ਅਤੇ ਇਹ ਪ੍ਰਕਿਰਿਆ ਨਿਰੰਤਰ ਚੱਲਦੀ ਰਹਿੰਦੀ ਹੈ ਅਤੇ ਇਸ ਨੂੰ ਡੇਵਿਡ ਈਸਟਨ ਦੀ ਕੱਚਾ ਮਾਲ ਮੁੜ ਦੇਣ ਦੀ ਲੂਪ ਪ੍ਰਕਿਰਿਆ ਕਿਹਾ ਜਾਂਦਾ ਹੈ। ਡੇਵਿਡ ਈਸਟਨ ਦੀ ਫੀਡਬੈਕ ਲੂਪ ਪ੍ਰਕਿਰਿਆ ਵਿਵਸਥਾ ਅੱਗੇ ਦਿੱਤੇ ਚਿੱਤਰ ਤੋਂ ਸਪਸ਼ਟ ਹੋ ਜਾਂਦੀ ਹੈ। ਅਤੇ ਇਹ ਜਿਹੜੀ ਇਮੇਜ ਹੈ ਇਹ ਵੀ ਤੁਸੀਂ ਆਪਦੇ ਪੇਪਰ ਦੇ ਵਿੱਚ ਡਰਾਅ ਕਰ ਸਕਦੇ ਹੋ। ਉਸ ਤੋਂ ਅਗਲਾ ਪ੍ਰਸ਼ਨ ਸੀ ਆਪਣਾ, ਉਦਾਰਵਾਦ ਦੇ ਕੋਈ 4 ਮੁੱਖ ਸਿਧਾਂਤ ਲਿਖੋ। ਆਨਸਰ ਹੈਗਾ ਨੰਬਰ 1, ਮਨੁੱਖੀ ਸੁਤੰਤਰਤਾ ਵਿੱਚ ਵਿਸ਼ਵਾਸ। ਉਦਾਰਵਾਦ ਬੁਨਿਆਦੀ ਤੌਰ 'ਤੇ ਮਨੁੱਖ ਦੀ ਸੁਤੰਤਰਤਾ ਦਾ ਸਿਧਾਂਤ ਹੈ ਅਤੇ ਵਿਅਕਤੀ ਨੂੰ ਹਰ ਖੇਤਰ ਵਿੱਚ ਸੁਤੰਤਰਤਾ ਦਿੱਤੇ ਜਾਣ ਦਾ ਸਮਰਥਕ ਹੈ। ਪੁਆਇੰਟ ਨੰਬਰ 2, ਪ੍ਰਤੀਨਿਧ ਸੰਸਥਾਵਾਂ ਦੇ ਸਮਰਥਕ। ਉਦਾਰਵਾਦੀ ਹਰ ਖੇਤਰ ਵਿੱਚ ਪ੍ਰਤੀਨਿਧ ਸੰਸਥਾਵਾਂ ਕਾਇਮ ਕੀਤੇ ਜਾਣ ਦੇ ਹੱਕ ਵਿੱਚ ਹਨ ਤਾਂ ਜੋ ਉਹ ਪ੍ਰਬੰਧ ਆਪਣੇ ਪ੍ਰਤੀਨਿਧਾਂ ਦੁਆਰਾ ਚਲਾ ਸਕਣ। ਪੁਆਇੰਟ ਨੰਬਰ 3, ਹਿੰਸਕ ਸਾਧਨਾਂ ਦਾ ਖੰਡਨ। ਉਦਾਰਵਾਦੀ ਹਿੰਸਕ ਸਾਧਨਾਂ ਦਾ ਖੰਡਨ ਅਤੇ ਲੋਕਤੰਤਰੀ ਸਾਧਨਾਂ ਦਾ ਸਮਰਥਨ ਕਰਦੇ ਹਨ। ਪੁਆਇੰਟ 4, ਬਹੁਦਲੀ ਸਮਾਜ ਵਿੱਚ ਵਿਸ਼ਵਾਸ। ਉਦਾਰਵਾਦੀ ਵਿਅਕਤੀ ਨੂੰ ਆਪਣੀਆਂ ਵੱਖ-ਵੱਖ ਲੋੜਾਂ ਦੀ ਪੂਰਤੀ ਲਈ ਅਨੇਕਾਂ ਪ੍ਰਕਾਰ ਦੇ ਸੰਗਠਨ ਦੇ ਨਿਰਮਾਣ ਦੀ
ਸੁਤੰਤਰਤਾ ਦਿੱਤੇ ਜਾਣ ਦੇ ਹੱਕ ਵਿੱਚ ਹਨ। ਉਸ ਤੋਂ ਅੱਗੇ ਹੈਗਾ ਆਪਣਾ ਮਾਰਕਸਵਾਦੀਆਂ ਦੇ ਧਰਮ ਦੇ ਸੰਬੰਧ ਵਿੱਚ ਵਿਚਾਰ ਲਿਖੋ। ਆਨਸਰ ਹੈਗਾ ਮਾਰਕਸਵਾਦੀਆਂ ਦਾ ਧਰਮ ਵਿੱਚ ਕੋਈ ਵਿਸ਼ਵਾਸ ਨਹੀਂ ਹੈ। ਉਹ ਧਰਮ ਦੀ ਤੁਲਨਾ ਅਫੀਮ ਨਾਲ ਕਰਦੇ ਹਨ ਕਿਉਂਕਿ ਉਹਨਾਂ ਦਾ ਵਿਚਾਰ ਹੈ ਕਿ ਧਰਮ ਵਿਅਕਤੀ ਨੂੰ ਭਾਗਵਾਦੀ, ਅੰਧ-ਵਿਸ਼ਵਾਸੀ, ਪਿਛਾਂਹ ਖਿੱਚੂ ਅਤੇ ਡਰਪੋਕ ਬਣਾਉਂਦਾ ਹੈ। ਮਾਰਕਸਵਾਦੀ ਧਰਮ ਨੂੰ ਪੂੰਜੀਪਤੀਆਂ ਦਾ ਸਮਰਥਕ ਮੰਨਦੇ ਹਨ ਅਤੇ ਉਹਨਾਂ ਦਾ ਵਿਚਾਰ ਹੈ ਕਿ ਪੂੰਜੀਪਤੀ ਧਰਮ ਦੀ ਆੜ ਲੈ ਕੇ ਗਰੀਬਾਂ ਦਾ ਸ਼ੋਸ਼ਣ ਕਰਦੇ ਹਨ। ਉਸ ਤੋਂ ਅਗਲਾ ਪ੍ਰਸ਼ਨ ਹੈਗਾ ਸੰਸਦੀ ਸਰਕਾਰ ਤੋਂ ਤੁਹਾਡਾ ਕੀ ਭਾਵ ਹੈ। ਆਨਸਰ ਹੈਗਾ ਸਰਕਾਰ ਦੇ ਦੋ ਅੰਗਾਂ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਦੇ ਆਪਸੀ ਸੰਬੰਧਾਂ ਦੇ ਆਧਾਰ 'ਤੇ ਸਰਕਾਰ ਦੇ ਦੋ ਰੂਪ ਹੁੰਦੇ ਹਨ, ਸੰਸਦੀ ਸਰਕਾਰ ਅਤੇ ਪ੍ਰਧਾਨਗੀ ਸਰਕਾਰ। ਜਿਨ੍ਹਾਂ ਰਾਜਾਂ ਵਿੱਚ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਵਿਚਕਾਰ ਗੂੜ੍ਹੇ ਸੰਬੰਧ ਹੁੰਦੇ ਹਨ ਉਸ ਨੂੰ ਸੰਸਦੀ ਪ੍ਰਣਾਲੀ ਦੀ ਸਰਕਾਰ ਕਿਹਾ ਜਾਂਦਾ ਹੈ। ਸੰਸਦੀ ਸਰਕਾਰ ਨੂੰ ਮੰਤਰੀ ਮੰਡਲ ਪ੍ਰਣਾਲੀ ਦੀ ਸਰਕਾਰ ਅਤੇ ਜ਼ਿੰਮੇਵਾਰ ਸਰਕਾਰ ਵੀ ਕਿਹਾ ਜਾਂਦਾ ਹੈ। ਸੰਸਦੀ ਸਰਕਾਰ ਵਿੱਚ ਰਾਜ ਦਾ ਮੁਖੀ ਨਾ ਮਾਤਰ ਦਾ ਕਾਰਜ ਸਾਧਕ ਮੁਖੀ ਹੁੰਦਾ ਹੈ ਅਤੇ ਮੰਤਰੀ ਪ੍ਰੀਸ਼ਦ ਜਿਸ ਦਾ ਮੁਖੀ ਪ੍ਰਧਾਨ ਮੰਤਰੀ ਹੁੰਦਾ ਹੈ ਵਾਸਤਵਿਕ ਕਾਰਜ ਸਾਧਕ ਮੁਖੀ ਹੁੰਦਾ ਹੈ। ਮੰਤਰੀ ਪ੍ਰੀਸ਼ਦ ਆਪਣੇ ਹਰ ਕਾਰਜ ਲਈ ਵਿਧਾਨਪਾਲਿਕਾ ਦੇ ਸਾਹਮਣੇ ਜ਼ਿੰਮੇਵਾਰ ਰਹਿੰਦੀ ਹੈ। ਉਸ ਤੋਂ ਅੱਗੇ ਪ੍ਰਸ਼ਨ ਆ ਜਾਂਦਾ ਆਪਣਾ ਅਨਪੜ੍ਹਤਾ ਦਾ ਭਾਰਤੀ ਲੋਕਤੰਤਰ 'ਤੇ ਕੀ ਪ੍ਰਭਾਵ ਹੈ। ਆਨਸਰ ਹੈਗਾ ਭਾਰਤ ਵਿੱਚ ਵਿੱਦਿਆ ਦੇ ਪ੍ਰਸਾਰ ਲਈ ਕੀਤੇ ਗਏ ਵਿਆਪਕ ਯਤਨਾਂ ਦੇ ਬਾਵਜੂਦ ਵੀ 35% ਲੋਕ ਹਾਲੇ ਵੀ ਅਨਪੜ੍ਹ ਹਨ ਅਤੇ ਅਨਪੜ੍ਹਤਾ ਭਾਰਤੀ ਲੋਕਤੰਤਰ ਨੂੰ ਵਿਆਪਕ ਰੂਪ ਵਿੱਚ ਕਰਦੀ ਹੈ। ਜਿਵੇਂ ਕਿ ਪੁਆਇੰਟ 1 ਚਾਲਕ ਅਤੇ ਚੁਸਤ ਸਿਆਸਤਦਾਨਾਂ ਦੁਆਰਾ ਭੋਲੇ ਭਾਲੇ ਅਨਪੜ੍ਹ ਲੋਕਾਂ ਨੂੰ ਗੁੰਮਰਾਹ ਕਰਨਾ ਸੌਖਾ ਹੁੰਦਾ ਹੈ। ਪੁਆਇੰਟ 2 ਅਨਪੜ੍ਹ ਵਿਅਕਤੀ ਗੁੰਝਲਦਾਰ ਰਾਜਨੀਤਿਕ ਸਮੱਸਿਆਵਾਂ ਨੂੰ ਸਮਝ ਨਹੀਂ ਪਾਉਂਦਾ। ਪੁਆਇੰਟ 3 ਅਨਪੜ੍ਹ ਵਿਅਕਤੀ ਦੀ ਸੋਚ ਸੌੜੀ ਹੁੰਦੀ ਹੈ। ਪੁਆਇੰਟ 4 ਅਨਪੜ੍ਹ ਵਿਅਕਤੀ ਵਿੱਚ ਰਾਜਨੀਤਿਕ ਸੂਝ-ਬੂਝ ਦੀ ਵੀ ਕਮੀ ਪਾਈ ਜਾਂਦੀ ਹੈ ਅਤੇ ਉਹ ਰਾਜਨੀਤਿਕ ਮਾਮਲਿਆਂ ਨੂੰ ਸਮਝ ਨਹੀਂ ਪਾਉਂਦਾ। ਪੁਆਇੰਟ 5 ਜਿੱਥੇ ਅਨਪੜ੍ਹਤਾ ਵਧੇਰੇ ਹੋਵੇਗੀ ਉੱਥੇ ਰਾਜਨੀਤਿਕ ਸ਼ਕਤੀ ਕੁਝ ਸ੍ਰੇਸ਼ਟ ਵਿਅਕਤੀਆਂ ਦੇ ਹੱਥਾਂ ਵਿੱਚ ਕੇਂਦਰਿਤ ਹੋ ਜਾਂਦੀ ਹੈ। ਤਾਂ ਹਾਂਜੀ ਇਸ ਤੋਂ ਬਾਅਦ ਆ ਜਾਂਦਾ ਆਪਣਾ ਭਾਗ ਈੜੀ। ਹਰੇਕ ਅੰਦਰੂਨੀ ਵਿਕਲਪ ਵਿੱਚੋਂ ਇੱਕ ਪ੍ਰਸ਼ਨ ਕਰਦੇ ਹੋਏ ਕੁੱਲ 3 ਪ੍ਰਸ਼ਨ ਕਰੋ। ਉੱਤਰ 10 ਵਾਕਾਂ ਵਿੱਚ ਹੋਵੇ। ਹਰੇਕ ਪ੍ਰਸ਼ਨ ਦੇ 6 ਅੰਕ ਹਨ। ਪ੍ਰਸ਼ਨ ਦਿੱਤੇ ਗਏ ਨੇ ਆਲਮੰਡ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੇ ਕੰਮ ਲਿਖੋ ਜਾਂ ਮਾਰਕਸਵਾਦੀਆਂ ਦੇ ਮੁੱਖ ਸਿਧਾਂਤਾਂ ਦਾ ਵਰਣਨ ਕਰੋ। ਅਗਲਾ ਹੈਗਾ ਗਾਂਧੀ ਜੀ ਦੇ ਸੱਤਿਆਗ੍ਰਹਿ ਦੀਆਂ ਵਿਧੀਆਂ ਬਾਰੇ ਲਿਖੋ ਜਾਂ ਭਾਰਤੀ ਸੰਸਦੀ ਪ੍ਰਣਾਲੀ ਦੀਆਂ 4 ਵਿਸ਼ੇਸ਼ਤਾਵਾਂ ਲਿਖੋ। 5ਵਾਂ ਪ੍ਰਸ਼ਨ ਭਾਰਤੀ ਲੋਕਤੰਤਰ ਦੀ ਮੁੱਖ ਸਮੱਸਿਆਵਾਂ ਦਾ ਵਰਣਨ ਕਰੋ ਜਾਂ ਪੰਚਾਇਤ ਰਾਜ ਪ੍ਰਣਾਲੀ ਦੇ ਦੋਸ਼ਾਂ ਦਾ ਵਰਣਨ ਕਰੋ। ਤਾਂ ਹਾਂਜੀ ਸਾਰਿਆਂ ਤੋਂ ਪਹਿਲਾ ਪ੍ਰਸ਼ਨ ਸੀ ਆਲਮੰਡ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੇ ਕੰਮ ਲਿਖੋ। ਤਾਂ ਇਸ 'ਚ ਜਿਹੜੇ 2 ਕੰਮ ਜਿਹੜੇ ਹੈਗੇ ਨੇ ਆਲਮੰਡ ਅਨੁਸਾਰ ਨਿਕਾਸ ਕਾਰਜ ਅਤੇ ਨਿਵੇਸ਼ ਕਾਰਜ। ਸਾਰਿਆਂ ਤੋਂ ਪਹਿਲਾਂ ਨਿਵੇਸ਼ ਕਾਰਜ ਜਿਹੜੇ ਦੱਸ ਰਿਹਾ ਆਲਮੰਡ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੇ 4 ਨਿਵੇਸ਼ ਕਾਰਜ ਹਨ ਜਿਵੇਂ ਕਿ ਨੰਬਰ 1 ਰਾਜਨੀਤਿਕ ਸਮਾਜੀਕਰਨ ਅਤੇ ਭਰਤੀ। ਰਾਜਨੀਤਿਕ ਸਮਾਜੀਕਰਨ ਉਹ ਪ੍ਰਕਿਰਿਆ ਹੈ ਜਿਸ ਰਾਹੀਂ ਰਾਜਨੀਤਿਕ ਪ੍ਰਣਾਲੀ ਪ੍ਰਤੀ ਲੋਕਾਂ ਦੀਆਂ ਕਦਰਾਂ ਕੀਮਤਾਂ ਅਤੇ ਵਿਸ਼ਵਾਸਾਂ ਆਦਿ ਦਾ ਨਿਰਮਾਣ ਕੀਤਾ ਜਾਂਦਾ ਹੈ। ਪੁਆਇੰਟ 2 ਹਿੱਤ ਸਪਸ਼ਟੀਕਰਨ। ਹਰ ਰਾਜਨੀਤਿਕ ਪ੍ਰਣਾਲੀ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਕੁਝ ਮੰਗਾਂ ਜਾਂ ਹਿੱਤ ਹੁੰਦੇ ਹਨ ਅਤੇ ਇਹਨਾਂ ਮੰਗਾਂ ਉਦੇਸ਼ਾਂ ਜਾਂ ਹਿੱਤਾਂ ਨੂੰ ਨਿਰਮਾਣ ਸ਼ਕਤੀ ਦੇ ਸਾਹਮਣੇ ਪੇਸ਼ ਕਰਨ ਦੀ ਪ੍ਰਕਿਰਿਆ ਨੂੰ ਹਿੱਤ ਸਪਸ਼ਟੀਕਰਨ ਕਿਹਾ ਜਾਂਦਾ ਹੈ। ਪੁਆਇੰਟ 3 ਹਿੱਤ ਸਮੂਹੀਕਰਨ। ਵੱਖ-ਵੱਖ ਸੰਘਾਂ ਜਾਂ ਸਮੂਹਾਂ ਦੁਆਰਾ ਵੱਖ-ਵੱਖ ਮੰਗਾਂ ਰੱਖੀਆਂ ਜਾਂਦੀਆਂ ਹਨ ਅਤੇ ਇਹਨਾਂ ਵੱਖ-ਵੱਖ ਮੰਗਾਂ ਨੂੰ ਇਕੱਠਾ ਕਰਨਾ ਅਤੇ ਉਹਨਾਂ ਦੀ ਪੂਰਤੀ ਲਈ ਸਾਂਝੀ ਨੀਤੀ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਹਿੱਤ ਸਮੂਹੀਕਰਨ ਕਿਹਾ ਜਾਂਦਾ ਹੈ। ਪੁਆਇੰਟ 4 ਰਾਜਨੀਤਿਕ ਸੰਚਾਰ। ਰਾਜਨੀਤਿਕ ਸੰਚਾਰ ਤੋਂ ਭਾਵ ਸੂਚਨਾ ਪ੍ਰਦਾਨ ਕਰਨਾ ਹੈ ਅਤੇ ਇਹ ਸੰਚਾਰ ਰਾਜਨੀਤਿਕ ਪ੍ਰਣਾਲੀ ਲਈ ਨੀਤੀ ਨਿਰਮਾਣ ਵਿੱਚ ਸਹਾਈ ਹੁੰਦਾ ਹੈ। ਉਸ ਤੋਂ ਬਾਅਦ ਆਉਂਦੇ ਨੇ ਨਿਕਾਸ ਕਾਰਜ। ਆਨਸਰ ਹੈਗਾ ਨਿਵੇਸ਼ਾਂ ਅਤੇ ਸਮਰੱਥਾ ਦੇ ਆਧਾਰ 'ਤੇ ਰਾਜਨੀਤਿਕ ਪ੍ਰਣਾਲੀ ਨਿਕਾਸ ਕਾਰਜ ਕਰਦੀ ਹੈ ਜਿਸ ਨੂੰ ਆਲਮੰਡ 3 ਸ਼੍ਰੇਣੀਆਂ ਵਿੱਚ ਵੰਡਦਾ ਹੈ। ਨੰਬਰ 1 ਨਿਯਮ ਬਣਾਉਣਾ। ਮਨੁੱਖਾਂ ਦੇ ਆਪਸੀ ਸੰਬੰਧਾਂ ਨੂੰ ਨਿਯਮਿਤ ਕਰਨ ਲਈ ਅਤੇ ਉਹਨਾਂ ਦੀਆਂ ਵੱਖ-ਵੱਖ ਮੰਗਾਂ ਦੀ ਪੂਰਤੀ ਲਈ ਰਾਜਨੀਤਿਕ ਪ੍ਰਣਾਲੀ ਨਿਯਮਾਂ ਦਾ ਨਿਰਮਾਣ ਕਰਦੀ ਹੈ ਜਿਸ ਨੂੰ ਪਰੰਪਰਾਵਾਦੀ ਵਿਦਵਾਨ ਵਿਧਾਨਗੀ ਕਾਰਜ ਕਹਿੰਦੇ ਹਨ। ਪੁਆਇੰਟ 2 ਨਿਯਮਾਂ ਨੂੰ ਲਾਗੂ ਕਰਨਾ। ਰਾਜਨੀਤਿਕ ਪ੍ਰਣਾਲੀ ਨਿਯਮਾਂ ਨੂੰ ਲਾਗੂ ਕਰਨ ਦਾ ਕਾਰਜ ਕਰਦੀ ਹੈ ਜਿਸ ਨੂੰ ਪਰੰਪਰਾਵਾਦੀ ਵਿਦਵਾਨ ਕਾਰਜ ਸਾਧਕੀ ਕਾਰਜ ਕਹਿੰਦੇ ਹਨ। ਪੁਆਇੰਟ 3 ਨਿਯਮਾਂ ਅਨੁਸਾਰ ਨਿਰਣੇ ਦੇਣ ਦਾ ਕਾਰਜ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾਵਾਂ ਦੇਣੀਆਂ ਅਤੇ ਨਿਯਮਾਂ ਦੀ ਠੀਕ ਵਿਆਖਿਆ ਕਰਨੀ ਵੀ ਰਾਜਨੀਤਿਕ ਪ੍ਰਣਾਲੀ ਦਾ ਕਾਰਜ ਹੈ ਜਿਸ ਨੂੰ ਪਰੰਪਰਾਵਾਦੀ ਵਿਦਵਾਨ ਨਿਆਇਕ ਕਾਰਜ ਕਹਿੰਦੇ ਹਨ। ਉਸ ਤੋਂ ਬਾਅਦ ਆ ਜਾਂਦਾ ਆਪਣਾ ਪ੍ਰਸ਼ਨ ਗਾਂਧੀ ਜੀ ਦੁਆਰਾ ਅਪਣਾਈਆਂ ਗਈਆਂ ਸੱਤਿਆਗ੍ਰਹਿ ਦੀਆਂ ਵਿਧੀਆਂ ਲਿਖੋ। ਆਨਸਰ ਹੈਗਾ ਗਾਂਧੀ ਜੀ ਦੁਆਰਾ ਅਪਣਾਈਆਂ ਗਈਆਂ ਸੱਤਿਆਗ੍ਰਹਿ ਦੀਆਂ ਮੁੱਖ ਵਿਧੀਆਂ ਹਨ। ਨੰਬਰ 1 ਨਾ ਮਿਲਵਰਤਨ। ਗਾਂਧੀ ਜੀ ਅਨੁਸਾਰ ਅਨਿਆਂ ਅਤੇ ਹਿੰਸਾ ਦਾ ਮੁਕਾਬਲਾ ਨਾ ਮਿਲਵਰਤਨ ਨਾਲ ਕੀਤਾ ਜਾ ਸਕਦਾ ਹੈ। ਲੋਕਾਂ ਨੂੰ ਭੈੜੀ ਅਤੇ
ਅਨਿਆਂ 'ਤੇ ਆਧਾਰਿਤ ਸਰਕਾਰ ਨਾਲ ਸਹਿਯੋਗ ਨਹੀਂ ਕਰਨਾ ਚਾਹੀਦਾ ਅਤੇ ਹੜਤਾਲ, ਸਮਾਜਿਕ ਬਾਈਕਾਟ ਅਤੇ ਧਰਨਾ ਦੇਣਾ ਨਾ ਮਿਲਵਰਤਨ ਦੀਆਂ ਵਿਧੀਆਂ ਹਨ। ਪੁਆਇੰਟ 2 ਸਿਵਲ ਨਾਫਰਮਾਨੀ। ਗਾਂਧੀ ਜੀ ਅਨੁਸਾਰ ਜਨਤਾ ਨੂੰ ਅਨਿਆਂਪੂਰਨ, ਅਨੈਤਿਕ ਅਤੇ ਅਣਉਚਿਤ ਕਾਨੂੰਨ ਦਾ ਵਿਰੋਧ ਕਰਨਾ ਚਾਹੀਦਾ ਹੈ। ਪੁਆਇੰਟ 3 ਭੁੱਖ ਹੜਤਾਲ ਜਾਂ ਵਰਤ। ਗਾਂਧੀ ਜੀ ਭੁੱਖ ਹੜਤਾਲ ਜਾਂ ਵਰਤ ਨੂੰ ਸੱਤਿਆਗ੍ਰਹਿ ਦਾ ਮਹੱਤਵਪੂਰਨ ਸਾਧਨ ਮੰਨਦੇ ਸਨ, ਪਰੰਤੂ ਗਾਂਧੀ ਜੀ ਅਨੁਸਾਰ ਭੁੱਖ ਹੜਤਾਲ ਜਾਂ ਵਰਤ ਲਈ ਵਿਅਕਤੀ ਦਾ ਸੱਚ ਅਤੇ ਅਹਿੰਸਾ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ। ਨੰਬਰ 4 ਹਿਜਰਤ। ਗਾਂਧੀ ਜੀ ਅਨੁਸਾਰ ਜੇਕਰ ਲੋਕ ਮਹਿਸੂਸ ਕਰਦੇ ਹਨ ਕਿ ਸ਼ਾਸਕ ਉਹਨਾਂ ਨਾਲ ਅਨਿਆਂ ਕਰਦੇ ਹਨ ਤਾਂ ਉਹਨਾਂ ਨੂੰ ਇਲਾਕਾ ਛੱਡ ਦੇਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਅਤਿਆਚਾਰੀ ਦਾ ਮਨ ਜ਼ਰੂਰ ਬਦਲੇਗਾ। ਨੰਬਰ 5 ਸਮਾਜਿਕ ਬਾਈਕਾਟ। ਜਿਹੜੇ ਵਿਅਕਤੀ ਅਨੈਤਿਕ ਅਤੇ ਅਤਿਆਚਾਰੀ ਕਾਰਜ ਕਰਦੇ ਹਨ ਉਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ ਅਤੇ ਉਹਨਾਂ ਨਾਲ ਮੇਲ ਜੋਲ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ। ਪੁਆਇੰਟ 6 ਧਰਨਾ ਦੇਣਾ। ਧਰਨਾ ਦੇਣਾ ਵੀ ਸੱਤਿਆਗ੍ਰਹਿ ਦਾ ਇੱਕ ਵਿਧੀ ਹੈ। ਇਸ ਅਨੁਸਾਰ ਅਤਿਆਚਾਰੀ ਅਤੇ ਅਨਿਆਂ ਕਰਨ ਵਾਲੇ ਮਨੁੱਖ ਦੇ ਘਰਾਂ ਅਤੇ ਦੁਕਾਨਾਂ ਦੇ ਸਾਹਮਣੇ ਧਰਨਾ ਦਿੱਤਾ ਜਾਂਦਾ ਹੈ ਅਤੇ ਉਹਨਾਂ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਉਸ ਤੋਂ ਅੱਗੇ ਆਉਂਦਾ ਆਪਣਾ ਪ੍ਰਸ਼ਨ, ਭਾਰਤੀ ਲੋਕਤੰਤਰ ਦੀਆਂ 4 ਮੁੱਖ ਸਮੱਸਿਆਵਾਂ ਲਿਖੋ। ਆਨਸਰ ਹੈਗਾ ਭਾਰਤੀ ਲੋਕਤੰਤਰ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਵਿੱਚੋਂ 4 ਮੁੱਖ ਸਮੱਸਿਆਵਾਂ ਦਾ ਵਰਣਨ ਹੇਠ ਕੀਤਾ ਗਿਆ ਹੈ। ਨੰਬਰ 1 ਅਗਿਆਨਤਾ ਅਤੇ ਅਨਪੜ੍ਹਤਾ। ਨਿਰੰਤਰ ਸੁਚੇਤਤਾ ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਹੈ ਅਤੇ ਜੇਕਰ ਲੋਕ ਸੁਚੇਤ ਨਹੀਂ ਹਨ ਤਾਂ ਲੋਕਤੰਤਰ ਭੀੜਤੰਤਰ ਵਿੱਚ ਬਦਲ ਜਾਂਦਾ ਹੈ। ਸੁਚੇਤ ਨਾਗਰਿਕ ਗੁੰਝਲਦਾਰ ਰਾਜਨੀਤਿਕ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝ ਪਾਉਂਦੇ ਹਨ ਅਤੇ ਸਰਕਾਰ ਨੂੰ ਜ਼ਿੰਮੇਵਾਰ ਬਣਾਉਂਦੇ ਹਨ, ਪਰੰਤੂ ਭਾਰਤ ਵਿੱਚ ਸੁਤੰਤਰਤਾ ਪ੍ਰਾਪਤੀ ਦੇ 65 ਸਾਲ ਪਿੱਛੋਂ ਵੀ 26% ਲੋਕ ਅਨਪੜ੍ਹ ਹਨ। ਪੁਆਇੰਟ 2 ਗਰੀਬੀ। ਲੋਕਤੰਤਰ ਦੀ ਸਫਲਤਾ ਲਈ ਲੋਕਾਂ ਦਾ ਆਰਥਿਕ ਰੂਪ ਵਿੱਚ ਵੀ ਸੰਪੰਨ ਹੋਣਾ ਜ਼ਰੂਰੀ ਹੈ। GDH ਕੋਲ ਅਨੁਸਾਰ ਆਰਥਿਕ ਸਮਾਨਤਾ ਤੋਂ ਬਿਨਾਂ ਰਾਜਨੀਤਿਕ ਸੁਤੰਤਰਤਾ ਨਿਰਾਰਥਕ ਹੈ। ਗਰੀਬ ਵਿਅਕਤੀ ਵੋਟ ਵੇਚ ਦਿੰਦਾ ਹੈ, ਚੋਣ ਨਹੀਂ ਲੜ ਸਕਦਾ, ਰਾਜਨੀਤਿਕ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਨਹੀਂ ਲੈ ਸਕਦਾ ਆਦਿ। ਭਾਰਤ ਵਿੱਚ 32% ਦੇ ਲਗਭਗ ਲੋਕ ਅੱਜ ਵੀ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਨੰਬਰ 3 ਸੰਪਰਦਾਇਕਤਾ। ਸੰਪਰਦਾਇਕਤਾ ਅਤੇ ਲੋਕਤੰਤਰ ਅੰਤਰ ਵਿਰੋਧੀ ਹਨ। ਜਦਕਿ ਭਾਰਤ ਵਿੱਚ ਸੰਪਰਦਾਇਕਤਾ ਦਾ ਜ਼ਹਿਰ ਦਿਨ ਪ੍ਰਤੀ ਦਿਨ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਹ ਲੋਕਤੰਤਰ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਰਿਹਾ ਹੈ। ਛੋਟੀਆਂ-ਛੋਟੀਆਂ ਘਟਨਾਵਾਂ ਭਿਆਨਕ ਫਸਾਦਾਂ ਦਾ ਰੂਪ ਧਾਰਨ ਕਰ ਜਾਂਦੀਆਂ ਹਨ। ਪੁਆਇੰਟ 4 ਰਾਜਨੀਤਿਕ ਹਿੰਸਾ। ਆਮ ਦੇਖਣ ਵਿੱਚ ਆਉਂਦਾ ਹੈ ਕਿ ਰਾਜਨੀਤਿਕ ਉਦੇਸ਼ ਦੀ ਪੂਰਤੀ ਲਈ ਹਿੰਸਾਤਮਕ ਸਾਧਨਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਇਸ ਤੋਂ ਉਪਰੰਤ ਲੋਕਤੰਤਰ ਅਤੇ ਹਿੰਸਾ ਇੱਕ ਦੂਜੇ ਦੇ ਵਿਰੋਧੀ ਵੀ ਹਨ ਅਤੇ ਹਿੰਸਾ ਲੋਕਤੰਤਰ ਨੂੰ ਕਮਜ਼ੋਰ ਕਰਦੀ ਹੈ। ਉਸ ਤੋਂ ਬਾਅਦ ਆ ਜਾਂਦਾ ਲਾਸਟ ਤੇ ਭਾਗ ਸੱਸੇ ਦੇ ਵਿੱਚ ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਉੱਤਰ ਦਿੱਤੇ ਜਾਣ। ਹਰੇਕ ਪ੍ਰਸ਼ਨ 2 ਅੰਕ ਦਾ ਹੈ। ਸਾਰਿਆਂ ਤੋਂ ਪਹਿਲਾ ਪ੍ਰਸ਼ਨ ਹੈਗਾ ਲਟਕਦੀ ਸੰਸਦ ਕੀ ਹੁੰਦੀ ਹੈ। ਆਨਸਰ ਹੈਗਾ ਲਟਕਦੀ ਹੋਈ ਸੰਸਦ ਵਿੱਚ ਕਿਸੇ ਵੀ ਇੱਕ ਦਲ ਨੂੰ ਉਚਿਤ ਬਹੁਮਤ ਪ੍ਰਾਪਤ ਨਹੀਂ ਹੁੰਦਾ ਅਤੇ ਸੰਸਦ ਕਿਸੇ ਵੀ ਸਮੇਂ ਡਿੱਗ ਸਕਦੀ ਹੈ। ਦੂਜਾ ਕੁਐਸਚਨ ਹੈਗਾ ਲਟਕਦੀ ਸੰਸਦ ਵਿੱਚ ਮਜ਼ਬੂਤ ਸਰਕਾਰ ਬਣਦੀ ਹੈ। ਇਸ ਦਾ ਆਨਸਰ ਹੈਗਾ ਗਲਤ। ਨੰਬਰ 3 ਹੈਗਾ ਰਾਸ਼ਟਰੀ ਮੋਰਚੇ ਦੀ ਸਰਕਾਰ ਡੈਸ਼ ਸਾਲ ਵਿੱਚ ਗਿਰੀ ਸੀ। ਆਨਸਰ ਹੈਗਾ 1990 ਵਿੱਚ। ਚੌਥਾ ਪ੍ਰਸ਼ਨ ਹੈਗਾ 12ਵੀਂ ਲੋਕ ਸਭਾ ਨੂੰ ਡੈਸ਼ ਮਹੀਨਿਆਂ ਪਿੱਛੋਂ ਭੰਗ ਕਰ ਦਿੱਤਾ ਗਿਆ। ਆਨਸਰ ਹੈਗਾ 13 ਮਹੀਨਿਆਂ ਪਿੱਛੋਂ। ਪੰਜਵਾਂ ਹੈਗਾ 11ਵੀਂ ਲੋਕ ਸਭਾ ਵਿੱਚ 3 ਪ੍ਰਧਾਨ ਮੰਤਰੀ ਨੂੰ ਅਸਤੀਫੇ ਦੇਣੇ ਪਏ। ਇਸ ਦਾ ਹੈਗਾ ਠੀਕ। ਤਾਂ ਹਾਂਜੀ ਦੋਸਤੋ, ਇਹ ਸੀ +2 ਆਰਟਸ ਦੇ ਵਿਦਿਆਰਥੀਆਂ ਲਈ ਪੋਲੀਟੀਕਲ ਸਾਇੰਸ ਦਾ ਇਹ ਪੇਪਰ ਦਾ ਸੋਲਿਊਸ਼ਨ। ਜੇਕਰ ਹੋਰ ਕਿਸੇ ਜਮਾਤ ਦਾ ਸੈਂਪਲ ਪੇਪਰ ਵਿਦ ਸੋਲਿਊਸ਼ਨ ਚਾਹੀਦਾ ਤਾਂ ਕਮੈਂਟ ਬਾਕਸ ਵਿੱਚ ਦੱਸ ਦੇਣਾ ਅਤੇ ਜੇਕਰ ਇਸ ਦਾ PDF ਤੁਹਾਨੂੰ ਚਾਹੀਦਾ ਤਾਂ ਟੈਲੀਗ੍ਰਾਮ ਚੈਨਲ ਜੁਆਇਨ ਕਰ ਲੈਣਾ। ਧੰਨਵਾਦ। ਅੱਜ ਦੀ ਵੀਡੀਓ 'ਚ ਇੰਨਾ ਹੀ, ਮਿਲਦਾ ਕਿਸੇ ਹੋਰ ਵੀਡੀਓ ਵਿੱਚ।